ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਕਾਫੀ ਦਿਨਾਂ ਤੋਂ ਸਿਆਸਤ ਮਗੀ ਹੋਈ ਹੈ ਕਿ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ, ਮੌਨਸੂਨ ਕਿਉਂਕਿ ਬੇਮੌਸਮੀ ਬਰਸਾਤਾਂ, ਗੜੇਮਾਰੀ ਵੀ ਹੋਈ, ਸੋ ਇੱਕ ਤਰ੍ਹਾਂ ਲੱਗਦਾ ਸੀ ਕਿ ਗਰਮੀ ਆ ਗਈ, ਮੁੜ ਤੋਂ ਫਿਰ ਸਰਦੀ। ਸੋ ਫਸਲਾਂ ਦਾ ਨੁਕਸਾਨ, ਖੇਤਾਂ ਜਾ ਕੇ ਦੇਖੋ ਤਾਂ ਲੰਮੀਆਂ ਪਈਆਂ ਨੇ ਕਣਕਾਂ, ਕੰਬਾਈਨ ਨਹੀਂ ਚੱਲ ਸਕਦੀ ਕਿਉਂਕਿ ਕੱਟ ਨਹੀਂ ਸਕਦੀ ਕੰਬਾਈਨ, ਸ਼ਾਇਦ ਹੱਥਾਂ ਨਾਲ ਵਾਢੀ ਕਰਨੀ ਪਏਗੀ। ਔਰ ਹੱਥਾਂ ਨਾਲ ਵਾਢੀ ਕਰਦੇ ਕਰਦੇ ਜਿੰਨਾ ਵੀ ਨੁਕਸਾਨ ਤੋਂ ਅਸੀਂ ਉੱਭਰ ਸਕਦੇ ਹਾਂ, ਕੋਸ਼ਿਸ਼ ਕੀਤੀ ਜਾਏਗੀ। ਔਰ ਕਹਿੰਦੇ ਨੇ ਕਿ ਜਦੋਂ ਕਿਸਾਨ ਇਹ ਦੇਖਦੇ ਨੇ ਕਿ ਸਿੱਟਾ ਜ਼ਮੀਨ ਨੂੰ ਛੂਹ ਗਿਆ ਤਾਂ ਕਿਤੇ ਨਾ ਕਿਤੇ ਕਣਕ ਵੀ ਪੁੰਗਰਨੀ ਦੁਬਾਰਾ ਸ਼ੁਰੂ ਹੋ ਗਈ, ਕਾਲੀ ਪੈ ਗਈ ਤਾਂ ਸਾਰੇ ਦਾਣੇ, ਉਹਨਾਂ ਦੀ ਕੁਆਲਿਟੀ ਜੇ ਕਾਲੀ ਪੈ ਜਾਂਦੀ ਹੈ ਤਾਂ ਉਹਦਾ ਮੁੱਲ ਠੀਕ ਨਹੀਂ ਮਿਲਣਾ। ਕੇਂਦਰ ਸਰਕਾਰ ਜਿਸ ਵੀ ਤਰ੍ਹਾਂ ਹੈਲਪ ਕਰ ਰਹੀ ਹੈ, ਡਾਇਰੈਕਟ ਭੇਜ ਸਕਦੇ ਹੋ ਦੂਜੇ ਸੂਬਿਆਂ ਨੂੰ ਕਣਕ, ਸੋ ਤਮਾਮ ਗੱਲਾਂ ਹੋ ਰਹੀਆਂ ਨੇ। ਅਤੇ ਜਿਹੜੀ ਸਾਡੀ ਰਾਜ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਮੁਆਵਜ਼ਾ ਦੇਵਾਂਗੇ ਵਿਸਾਖੀ ਤੱਕ। ਵਿਸਾਖੀ 'ਤੇ ਆ ਗਈ, ਹੋਰ 2-4 ਦਿਨਾਂ ਨੂੰ ਵਿਸਾਖੀ ਆ ਜਾਣੀ ਹੈ। ਤਮਾਮ ਗੱਲਾਂ ਹੋ ਰਹੀਆਂ ਨੇ। ਕਿਸਾਨ ਕਿੱਥੇ ਖੜੇ ਨੇ? ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਹੈ, ਖੇਤੀਬਾੜੀ ਮੰਤਰੀ ਵੀ ਭੱਜੇ ਫਿਰਦੇ ਨੇ ਥਾਂ ਥਾਂ ਦੇ ਉੱਤੇ, ਗੱਲਬਾਤ ਕਰਦੇ ਪਏ ਨੇ ਕਿਸਾਨਾਂ ਨਾਲ। WhatsApp ਨੰਬਰ ਦੇ ਉੱਤੇ ਤੁਸੀਂ ਸ਼ਿਕਾਇਤ ਕਰੋ ਜੇ ਕੋਈ ਗਿਰਦਾਵਰੀ ਦੀ ਪ੍ਰੋਬਲਮ ਆ ਰਹੀ ਹੈ। ਹੁਣ WhatsApp ਨੰਬਰ ਦੇ ਪਹਿਲਾਂ ਵੀ ਇੱਕ ਇਸ਼ੂ ਕੀਤਾ ਗਿਆ ਸੀ ਜਦੋਂ ਅਸੀਂ ਗੱਲ ਕਰਦੇ ਸੀ ਕਰਪਸ਼ਨ ਹਟਾਉਣ ਦੀ। ਸੋ ਇਹ ਤਮਾਮ ਗੱਲਾਂ ਨੇ, ਕਈ ਲੋਕਾਂ ਨੂੰ ਵਿਸ਼ਵਾਸ ਹੈ, ਕਈਆਂ ਲੋਕਾਂ ਨੂੰ ਵਿਸ਼ਵਾਸ ਨਹੀਂ, ਪਰ ਕੁੱਲ ਮਿਲਾ ਕੇ ਕਾਫੀ ਭੱਜ ਦੌੜ ਹੋ ਰਹੀ ਹੈ। ਹੁਣ ਇਸ ਭੱਜ ਦੌੜ ਦਾ ਨਤੀਜਾ ਕੀ ਨਿਕਲਣਾ ਕੁਝ ਨਹੀਂ ਪਤਾ। ਕਿਸਾਨ ਬਹੁਤ ਜ਼ਿਆਦਾ ਚਿੰਤਾ 'ਚ ਨੇ, ਲੋਕ ਵੀ ਬਹੁਤ ਜ਼ਿਆਦਾ ਚਿੰਤਾ 'ਚ ਨੇ, ਕਿਉਂਕਿ ਕੁਝ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਜੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਸਲ ਦਾ ਤਾਂ ਕਿਤੇ ਅੰਨ ਦੀ ਪ੍ਰੋਬਲਮ ਨਾ ਖੜੀ ਹੋ ਜਾਏ, ਫੂਡ ਪ੍ਰੋਬਲਮ ਨਾ ਖੜੀ ਹੋ ਜਾਏ, ਕਿਉਂਕਿ ਗੋਦਾਮਾਂ 'ਚ ਕਿੰਨਾ ਕੁ ਸਾਡੇ ਕੋਲ ਫੂਡ ਹੋਏਗਾ। ਔਰ ਬਾਕੀ ਜੋ ਅਸੀਂ ਜ਼ਰੂਰਤ ਆਬਾਦੀ ਦੇ ਮੁਤਾਬਿਕ ਹੈ, ਬਹੁਤ ਜ਼ਿਆਦਾ ਅਨਾਜ ਦੀ ਲੋੜ ਹੈ। ਕੁਝ ਅਸੀਂ ਫੈਸਿਲਿਟੀਜ਼ ਵੀ ਦਿੰਦੇ ਹਾਂ ਜੋ ਵੱਖੋ-ਵੱਖ ਸਰਕਾਰ ਵੱਲੋਂ ਫੈਸਿਲਿਟੀਆਂ ਚੱਲਦੀਆਂ ਨੇ, ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਦੀਆਂ ਉਹ ਵੀ ਚੱਲ ਰਹੀਆਂ ਨੇ। ਸੋ ਇਹ ਤਮਾਮ ਗੱਲਾਂ ਨੇ। ਖਜ਼ਾਨੇ ਦਾ ਕੀ ਹਾਲ ਹੈ, ਕਿੰਨਾ ਕੁ ਮੁਆਵਜ਼ਾ ਦੇ ਸਕਦੇ ਹਾਂ? ਸੋ ਖਜ਼ਾਨੇ 'ਚ ਕਿੰਨਾ ਕੁ ਪੈਸਾ ਹੁੰਦਾ ਤਾਂ ਹੈ, ਪਰ ਕਿੰਨਾ ਕੁ ਹੈ, ਇਸ ਹੈੱਡ ਦੇ ਵਿੱਚ ਕਿੰਨਾ ਕੁ ਦਿੱਤਾ ਜਾ ਸਕਦਾ ਹੈ? ਤਮਾਮ ਗੱਲਾਂ ਸਾਹਮਣੇ ਆ ਰਹੀਆਂ ਨੇ। ਸੋ ਫਿਲਹਾਲ ਫੂਡ ਪ੍ਰੋਬਲਮ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਧੰਨਵਾਦ ਜੀ ਸੰਜੀਵ ਜੀ। ਸੋ ਇਹ ਕੀ ਸੀਨ ਬਣਿਆ ਹੋਇਆ ਹੈ ਇਸ ਵਕਤ ਮਨਜੀਤ ਜੀ? ਕਿਉਂਕਿ ਅਨਾਜ ਜ਼ਰੂਰੀ ਹੈ। ਕਦੀ ਕਹਿੰਦੇ ਨੇ ਖੇਤੀਬਾੜੀ ਨੂੰ ਬਿਜ਼ਨਸ ਦਾ ਰੂਪ ਦੇ ਦਿਓ। ਖੇਤੀਬਾੜੀ ਤੇ ਸਾਡੀ ਜ਼ਰੂਰਤ ਹੈ, ਸਰਵਾਈਵਲ ਹੈ, ਸਾਡੀ ਹੋਂਦ ਹੈ। ਹਾਂ, ਬਿਜ਼ਨਸ ਵਾਕਣ ਸਾਰਾ ਮੰਡੀ ਸੈਟਅਪ ਹੋ ਸਕਦੀ ਹੈ ਕਿ ਬੀਜ ਤੋਂ ਲੈ ਕੇ ਮਾਰਕੀਟਿੰਗ ਤੱਕ ਜਿੱਥੇ ਸੈੱਲ ਕਰਨਾ ਹੈ ਸਭ ਕੁਝ ਠੀਕ ਹੈ, ਇੱਕ ਸਿਸਟਮ ਮਾਰਕੀਟਿੰਗ ਦਾ ਉਹ ਬਿਜ਼ਨਸ ਵਾਕਣ ਹੋ ਸਕਦਾ, ਪਰ ਇਹ ਹੋਂਦ ਸਾਡੀ ਜੋ ਡਿਪੈਂਡ ਕਰਦੀ ਆ ਖੇਤੀਬਾੜੀ ਦੇ ਉੱਤੇ, ਉਹ ਤਾਂ ਇੱਕ ਹੋਂਦ ਹੈ। ਕੋਈ ਇੰਸ਼ੋਰੈਂਸ ਨਹੀਂ, ਕੋਈ ਬੀਮਾ ਨਹੀਂ ਫਸਲਾਂ ਦਾ, ਇਹ ਤਮਾਮ ਗੱਲਾਂ ਹੁੰਦੀਆਂ ਨੇ। ਤਾਂ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਨੇ ਸਮੇਂ ਦੇ ਉੱਤੇ। ਬਟ ਫਿਲਹਾਲ ਕੀ ਸੀਨ ਬਣਿਆ ਹੋਇਆ ਹੈ ਤੁਹਾਡੇ ਮੁਤਾਬਿਕ ਮਨਜੀਤ ਜੀ? ਮੈਂ ਹੁਣੇ ਇੱਕ ਕਿਸਾਨਾਂ ਦੀ ਰੈਲੀ ਚੋਂ ਆਇਆ, ਜਿਹੜੀਆਂ 5 ਯੂਨੀਅਨਾਂ ਦੀਆਂ ਰੈਲੀ, ਜਿਹੜੀ ਰਾਜੇਵਾਲ ਦੀ ਇੱਕ 5 ਯੂਨੀਅਨਾਂ ਲਗਾਤਾਰ ਪ੍ਰੋਟੈਸਟ ਕਰਦੀਆਂ, ਉੱਥੇ ਉਹਨਾਂ ਨੇ 8-9 ਪੁਆਇੰਟ ਦਾ ਇੱਕ ਮੈਮੋਰੈਂਡਮ ਅੱਜ ਬਣਾਇਆ ਜਿਹੜਾ ਸਰਕਾਰ ਨੂੰ ਦੇਣਾ। ਉਹਦੇ ਵਿੱਚ ਸਭ ਤੋਂ ਵੱਡੀ ਸ਼ਿਕਾਇਤ ਉਸ ਇਕੱਠ ਦੇ ਵਿੱਚ ਜਿਹੜੀ ਕਿਸਾਨ ਲੀਡਰਾਂ ਨੇ ਪੇਸ਼ ਕੀਤੀ ਉਹ ਹੈ ਕਿ ਗਿਰਦਾਵਰੀ ਪ੍ਰੋਪਰ ਨਹੀਂ ਹੋ ਰਹੀ। ਕਾਰਨ ਉਹਦਾ ਇਹ ਹੈ ਕਿ ਜਿੰਨੇ ਪਟਵਾਰੀ ਚਾਹੀਦੇ ਆ ਉਹ ਪਟਵਾਰੀ ਉਹਨੇ ਹੈ ਹੀ ਨਹੀਂ। ਤਕਰੀਬਨ 55% ਪਟਵਾਰੀਆਂ ਦੀਆਂ ਪੋਸਟਾਂ ਖਾਲੀ ਆ। ਇੱਕ ਪਟਵਾਰੀ ਕੋਲ 4 ਸਰਕਲਾਂ ਦਾ ਪਟਵਾਰੀਆਂ ਦਾ ਕੰਮ ਕਿਤੇ ਦਿੱਤਾ ਹੋਇਆ। ਇਹਦਾ ਮਤਲਬ ਇਹ ਹੈ ਕਿ ਜੇ ਉਹ ਜਿੰਨੀ ਛੇਤੀ ਇਹ ਗਿਰਦਾਵਰੀ ਚਾਹੁੰਦੇ ਆ, 100-150 ਏਕੜ ਦੀ ਇੱਕ ਦਿਨ ਗਿਰਦਾਵਰੀ ਇੱਕ ਕਰ ਸਕਦਾ। ਜੇ ਹੁਣ ਉਹਨੂੰ ਦਿੱਤੇ ਹੀ 10 ਪਿੰਡ ਆ ਤੇ 1000 ਏਕੜ ਵੀ 2000 ਏਕੜ ਵੀ ਹੋਵੇ ਤੇ ਤੁਸੀਂ ਹਿਸਾਬ ਲਾ ਲਓ ਤੇ ਉਹਨੂੰ 10 ਨਾਲ ਗੁਣਾ ਕਰਕੇ ਕਿਵੇਂ 150 ਏਕੜ ਦੇ ਹਿਸਾਬ ਨਾਲ ਰੋਜ਼ ਦਾ ਉਹ ਗਿਰਦਾਵਰੀ ਸਾਰੀ ਪੂਰੀ ਹੋਊਗੀ। ਪਟਵਾਰੀਆਂ ਨੇ ਆਪਣੇ ਹੱਥ ਖੜੇ ਕੀਤੇ। ਉਹ ਕਹਿੰਦੇ ਕਿ ਅਸੀਂ ਤੇ ਵਹੀ ਖਾਤੇ ਦੱਸ ਸਕਦੇ ਆ ਕਿੰਨਾ ਨੁਕਸਾਨ ਹੋਇਆ, ਉਹ ਸਾਨੂੰ ਤੇ ਥੋੜੀ ਟ੍ਰੇਨਿੰਗ ਆ, ਉਹ ਤੇ ਆ ਕੇ ਐਗਰੀਕਲਚਰ ਐਕਸਪਰਟ ਦੱਸਣ। ਉਹ ਵੀ ਆਪਣਾ ਵਿੱਚੋਂ ਕਿਸਾਨਾਂ ਦੇ ਗੁੱਸੇ ਤੋਂ ਤੇ ਸਰਕਾਰ ਦੇ ਜਿਹੜੀ ਹੈ ਇੱਕ ਜਵਾਬਦੇਹੀ ਤੋਂ ਬਚਣਾ ਚਾਹੁੰਦੇ ਆ। ਇਹ ਕਾਫੀ ਕੁਝ ਚੱਲ ਰਿਹਾ। ਦੂਜੇ ਪਾਸੇ ਕਿਸਾਨਾਂ ਦੀ ਮੰਗ ਹੈ ਕਿ ਜੇ ਗਿਰਦਾਵਰੀ ਜਿਹੋ ਜਿਹੀ ਵੀ ਜਿਸ ਤਰ੍ਹਾਂ ਦੀ ਵੀ ਉਹ ਤੇ ਅਸੀਂ ਨਜਿੱਠ ਲਾਂਗੇ, ਜਿਹੜੇ ਰਹਿ ਗਏ ਅਸੀਂ ਆਪੇ ਹੀ ਉਸ ਨੂੰ ਕਰ ਦਿਆਂਗੇ। ਜਿਵੇਂ ਨੰਬਰ ਤੁਸੀਂ ਕਹਿ ਹੀ ਰਹੇ ਆ ਜਾਰੀ ਹੋ ਗਿਆ, ਉਸ ਨੰਬਰ ਤੇ ਕਰਾਂਗੇ, ਜਾਂ ਅਸੀਂ ਚੰਡੀਗੜ੍ਹ ਪਹੁੰਚ ਕੇ ਮੁਆਵਜ਼ਾ ਤੇ ਅਸੀਂ ਜਿੰਨਾ ਨੁਕਸਾਨ ਹੋਇਆ ਲਵਾਂਗੇ। ਪਰ ਸਾਨੂੰ ਮੁਆਵਜ਼ਾ 15,000 ਰੁਪਈਆ ਮਨਜ਼ੂਰ ਨਹੀਂ ਹੈ।
ਇਸ ਵੇਲੇ ਪੰਜਾਬ ਸਰਕਾਰ ਨੇ ਪਤਾ ਨਹੀਂ, ਉਹ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਨਾਂ ਨੂੰ ਕੰਜੂਸ ਜਿਹਾ ਨਹੀਂ ਹੋਣਾ ਚਾਹੀਦਾ। ਨਾਲ ਦੀ ਦੇਖੋ ਸਾਡੇ ਸੂਬਾ ਹੈਗਾ, ਜਿਹੜੇ ਸਾਨੂੰ ਆਪਣਾ ਛੋਟਾ ਭਰਾ ਕਹਿੰਦੇ ਆ, ਨਹੀਂ ਸਾਨੂੰ ਨਹੀਂ, ਉਹ ਆਪਣੇ ਆਪ ਨੂੰ ਪੰਜਾਬ ਦਾ ਛੋਟਾ ਭਰਾ ਕਹਿੰਦੇ ਆ, ਜਾਣੀ ਹਰਿਆਣੇ ਵਾਲੇ। ਤੇ ਉਹਨਾਂ ਨੇ ਮੁਆਵਜ਼ਾ ਦੇਖੋ ਕਿੰਨਾ ਦਿੱਤਾ। ਉਹਨਾਂ ਨੇ ਜੇ 25% ਤੋਂ 50% ਤੱਕ ਖਰਾਬਾ ਕਣਕ ਦਾ ਹੋ ਗਿਆ, ਏਕੜ ਦਾ ਉਹਨਾਂ ਨੇ ਕਿਹਾ ਅਸੀਂ 9,000 ਦੇਵਾਂਗੇ। ਜੇ 50 ਤੋਂ 75% ਦਾ ਹੋ ਗਿਆ ਤੇ ਅਸੀਂ 12,000 ਦੇਵਾਂਗੇ। ਜੇ 75% ਤੋਂ ਉੱਪਰ ਹੋ ਗਿਆ ਤੇ ਅਸੀਂ ਉਹਨੂੰ ਪੂਰਨ ਖਰਾਬਾ ਮੰਨਾਂਗੇ ਤਾਂ ਅਸੀਂ ਉਹਦਾ 15,000 ਰੁਪਇਆ ਪਰ ਏਕੜ ਦੇਵਾਂਗੇ। ਸਾਡੇ ਇੱਥੇ ਕੀ ਕੀਤਾ ਪੰਜਾਬ ਵਾਲਿਆਂ ਨੇ, ਇਹਨਾਂ ਨੇ ਦੋ ਹੀ ਸਲੈਬ ਬਣਾਈਆਂ, ਇੱਕ ਤੇ 33 ਤੋਂ 75 ਵਾਲੀ, ਪਹਿਲਾਂ 3 ਹੁੰਦੀਆਂ ਸੀ, ਜਾਨੀ ਪੈਸੇ ਦੇਣ ਵਾਲੀਆਂ 3 ਤੇ ਇੱਕ ਜਿਹਦਾ ਬਿਲਕੁਲ 100% ਠੀਕ ਵਾਲੀ। ਹੁਣ ਜਦੋਂ ਇਸ ਤਰੀਕੇ ਨਾਲ ਹੀ ਹੋ ਗਈ ਤਾਂ ਉਹਦੇ ਚੋਂ ਬਹੁਤ ਸਾਰੇ ਤੇ ਪੈਸੇ ਲੋਕਾਂ ਨੂੰ ਵੈਸੇ ਹੀ ਨਹੀਂ ਮਿਲਣੇ, ਘਾਟਾ ਪਊਗਾ ਕਿਸਾਨਾਂ ਦਾ। ਇੱਕ ਤੇ ਉਹ ਰੋਸ਼ ਤੇ ਵਿਰੋਧ ਕਰ ਰਹੇ ਕਿੰਨਾ, ਮੈਂ ਉਹਨਾਂ ਦੇ ਮੈਮੋਰੈਂਡਮ ਚ ਪੜ੍ਹ ਰਿਹਾ ਸੀ, ਉਹ 6800 ਰੁਪਇਆ ਕਹਿੰਦੇ, 6800 ਵੀ ਨਹੀਂ ਹੈ, 33% ਤੋਂ 75% ਜਿਹੜਾ ਖਰਾਬਾ ਕਣਕ ਦਾ ਹੋਇਆ ਉਹਦਾ ਪਰ ਏਕੜ ਮੁਆਵਜ਼ਾ 6750 ਰੁਪਏ, ਜਾਨੀ 6800 ਵੀ ਪੂਰਾ ਨਹੀਂ ਹੈ। ਤੇ ਕੀ ਇਹ ਕਿਸਾਨਾਂ ਲਈ ਦੁੱਖ ਦੀ ਗੱਲ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਕਿਸਾਨਾਂ ਨਾਲੋਂ ਆਮ ਆਦਮੀ ਹੋਰ ਕਿਹੜਾ ਆ, ਮਜ਼ਦੂਰ ਆ, ਹੋ ਰਿਹਾ ਸਾਰੇ। ਇਸ ਲਈ ਇਹ ਇੱਕ ਬੜੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਰੈਲਿੰਗ ਪੁਆਇੰਟ ਲੋਕਾਂ ਦੀ, ਕਿਸਾਨਾਂ ਦੀ ਬਣ ਸਕਦੀ ਹੈ। ਕਿਸਾਨ ਕੀ ਕਹਿ ਰਹੇ ਆ, ਕਹਿੰਦੇ ਕਿ ਜਿਹੜਾ 15,000 ਮੁਆਵਜ਼ਾ ਉਹ ਬਿਲਕੁਲ ਘੱਟ ਹੈ, ਸਾਨੂੰ ਚਾਹੀਦਾ ਘੱਟੋ ਘੱਟ 50,000। ਉਹ ਅੱਜ ਤੋਂ 50 ਸਾਲ ਪਹਿਲਾਂ ਕਹਿੰਦੇ ਜਿਹੜੇ ਏਕੜ ਦਾ 5,000 ਰੁਪਇਆ ਮੁਆਵਜ਼ਾ ਮਿਲਦਾ ਸੀ, ਉਸ ਨੂੰ ਜੇ ਮਹਿੰਗਾਈ ਦੇ ਹਿਸਾਬ ਨਾਲ ਦੇਖੀਏ ਤੇ ਉਹ ਅੱਜ ਦੀ ਤਰੀਕ 'ਚ 50,000 ਹੀ ਬਣਦਾ। ਵੈਸੇ ਉਹਨਾਂ ਨੇ ਉਸੇ ਮੈਮੋਰੈਂਡਮ 'ਚ ਲਿਖਿਆ ਹੋਇਆ ਸੀ ਕਿ ਜਿਹੜੀ ਠੇਕੇ ਤੇ ਜ਼ਮੀਨ ਲੈਂਦੇ ਆ ਕਿਸਾਨ, ਉਹਦਾ ਆਪਣਾ ਠੇਕਾ ਹੀ 50,000 ਤੋਂ 70,000 ਤੱਕ, ਬਹੁਤ ਚੰਗੀ ਜ਼ਮੀਨ ਦਾ 70,000 ਨੇ ਤੇ 50,000। ਇਹ ਤੇ ਹਾਲਾਤ ਹੈ। ਤੁਹਾਨੂੰ ਯਾਦ ਹੈ ਕੱਲ ਇੱਕ ਕਿਸਾਨ ਨੇ, ਬਹੁਤ ਦੁੱਖ ਹੁੰਦਾ, 25 ਏਕੜ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕੀਤੀ, ਜਿਹੜੀ ਖੇਤੀ ਗਈ ਖਰਾਬ ਹੋ, ਉਹਦੇ ਗਮ ਦੇ ਵਿੱਚ ਉਸਨੇ ਸੁਸਾਈਡ ਕਰ ਲਿਆ, ਆਤਮ ਹੱਤਿਆ ਕਰ ਲਈ। ਕਿਉਂਕਿ ਜੇ 25 ਏਕੜ ਤੁਸੀਂ ਲਿਆ, ਜੇ ਤੁਸੀਂ ਘੱਟੋ ਘੱਟ 50,000 ਏਕੜ ਦੇ 50,000 ਪਰ ਏਕੜ ਦੇ ਹਿਸਾਬ ਨਾਲ ਵੀ ਠੇਕਾ ਦੇਖੋ ਤੇ 12.5 ਲੱਖ ਰੁਪਇਆ ਉਹਦੇ ਤੇ ਸਿੱਧਾ ਹੀ ਕਰਜ਼ਾ ਪੈ ਗਿਆ। ਜੇ ਜ਼ਮੀਨ ਪੂਰੀ ਜਿਹੜੀ ਫਸਲ ਖਰਾਬ ਹੋ ਗਈ, ਕਦੋਂ ਮੁਆਵਜ਼ਾ ਮਿਲਦਾ, ਨਹੀਂ ਮਿਲਦਾ, ਇਹ ਹਾਲਾਤ। ਇਸ ਤਰੀਕੇ ਦੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਆ ਜਾਂ ਡਿਸਟ੍ਰੈਸ ਜਿਹਨੂੰ ਕਹਿੰਦੇ ਆ, ਉਸ ਤੇ ਮਲਮ ਪੱਟੀ ਦਾ ਕੰਮ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿਸਾਨਾਂ ਦੀ, ਸੰਜੀਵ ਜੀ, ਕਿ 3 ਕਾਲੇ ਕਾਨੂੰਨ ਤੇ ਵਾਪਸ ਕਰ ਲਏ ਆ ਅਸੀਂ। ਪੰਜਾਬ ਦੀ ਸਰਕਾਰ ਅਡਾਨੀ ਨੂੰ ਜਿਹੜੇ ਸਾਈਲੋ ਬਣਾਉਣ ਲਈ ਫਿਰ ਦੁਬਾਰਾ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਆ। ਪਹਿਲਾਂ ਤੇ ਮੋਗੇ ਲਾਗੇ ਕੁਝ 8-9 ਸਾਈਲੋ ਉਹਨਾਂ ਨੇ ਵੱਡੇ ਵੱਡੇ ਗੋਡਾਊਨ ਉਹਨਾਂ ਨੇ ਬਣਾਏ ਹੋਏ ਗੋਲ ਗੋਲ, ਜਿਹਦੇ ਚ ਸਿੱਧੀ ਕਣਕ ਜਾਂਦੀ ਅੰਦਰ ਤੇ ਫਿਰ ਉਸੇ ਤਰ੍ਹਾਂ ਹੀ ਰੇਲ ਟਰੈਕ ਬਣਾਇਆ, ਚਲੇ ਜਾਂਦੀ ਗੱਡੀਆਂ 'ਚ ਖਿੱਚ ਕੇ ਮਸ਼ੀਨਾਂ ਨਾਲ। ਹੁਣ ਉਹਨਾਂ ਨੇ 26 ਇਹੋ ਜਿਹੇ ਵੱਡੇ ਵੱਡੇ ਗੋਡਾਊਨ ਜਾਣੀ ਸਾਈਲੋ ਬਣਾਉਣ ਦੀ ਇਜਾਜ਼ਤ ਪੰਜਾਬ ਸਰਕਾਰ ਨੇ ਅਡਾਨੀ ਉਹਨਾਂ ਨੂੰ ਹੋਰ ਦੇ ਦਿੱਤੀ। ਤੇ ਉਹਦੇ 'ਚ ਸਿੱਧੇ ਦਾ ਸਿੱਧੀ ਜਿਹੜੀ ਕਣਕ ਆ ਟਰਾਲੀਆਂ 'ਚ ਉੱਥੇ ਜਾਊਗੀ, ਸਿੱਧੀ ਖਾਲੀ ਹੋ ਕੇ ਸਿੱਧੀ ਉਹਦੇ ਵਿੱਚ ਸਟੋਰ ਤੇ ਚਲੇ ਜਾਇਆ ਕਰੂ, ਜਿਵੇਂ ਪਿਛਲੀ ਵਾਰੀ ਵੀ ਇਹ ਹੋਇਆ ਸੀਗਾ। ਇਹਦਾ ਮਤਲਬ ਕਿ ਜਿਹੜੀਆਂ ਮੰਡੀਕਰਨ ਸਾਡਾ ਮੰਡੀ ਬੋਰਡ ਆ ਉਹਦਾ ਤੇ ਭੋਗ ਪੈ ਜੋ, ਉਹਨੂੰ ਤੇ ਤਾਲਾ ਲਾਉਣਾ ਪਊਗਾ। ਜੇ ਮੰਡੀ ਬੋਰਡ ਨੂੰ ਤਾਲਾ ਲੱਗੂਗਾ, ਉਹਨੂੰ ਪੈਸੇ ਨਹੀਂ ਮਿਲਣਗੇ ਸਿੱਧੇ, ਤਾਂ ਕੁਦਰਤੀ ਸੜਕਾਂ ਨਹੀਂ ਬਣਨਗੀਆਂ, ਮੰਡੀਆਂ ਮੇਨਟੇਨ ਨਹੀਂ ਹੋਣਗੀਆਂ। ਤੇ ਇਹ ਹੌਲੀ ਹੌਲੀ ਇਨਡਾਇਰੈਕਟਲੀ ਜੇ ਸਿੱਧਾ ਕਿਸਾਨ ਨਹੀਂ ਮੰਨੇ ਤੇ ਉਹਨਾਂ ਨੇ ਦੂਜੇ ਪਾਸਿਓਂ ਉਸੇ ਜਿੱਦ ਦੇ ਵਿੱਚ ਪੰਜਾਬ ਦੀ ਖੇਤੀ ਤੇ ਕਬਜ਼ਾ ਕਿਵੇਂ ਕਰਨਾ, ਅਨਾਜ ਤੇ ਕਬਜ਼ਾ ਕਿਵੇਂ ਕਰਨਾ, ਮੰਡੀ ਨੂੰ ਤਬਾਹ ਕਿਵੇਂ ਕਰਨਾ, ਉਹ ਉਸੇ ਕੰਮ ਤੇ ਜਾਰੀ ਹੈ। ਔਰ ਨਾਲ ਹੀ ਉਹਨਾਂ ਨੇ ਇੱਕ ਹੋਰ ਬੜੀ ਚਮਕਾ ਦੇਣ ਵਾਲੀ ਜਿਹੜੀ ਕਿਸਾਨਾਂ ਨਾਲ ਸੰਬੰਧਿਤ ਗੱਲ ਆ ਉਹ ਵੀ ਉਹਦੇ 'ਚ ਪਾਈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਡੈਮ ਸੇਫਟੀ ਐਕਟ ਪ੍ਰਪੋਜ਼ਲ ਆਇਆ ਸੀ ਕੇਂਦਰ ਵੱਲੋਂ, ਉਹਦੀ ਸਿਕਿਉਰਿਟੀ ਤੇ ਉਹਨਾਂ ਨੇ ਪਹਿਲਾਂ ਹੀ ਪੰਜਾਬ ਦੀ ਹਟਾ ਕੇ ਤੇ ਆਪਣੀ ਲਾ ਲਈ ਆ, ਕੇਂਦਰ ਦੀ ਲਾ ਲਈ ਆ, ਪੈਰਾਮਿਲਟਰੀ ਜਾਂ ਜੋ ਵੀ ਹੈ BSF ਸਾਰਾ। ਨਾਲੋਂ ਨਾਲ ਇਹਨਾਂ ਨੇ ਸਾਰੇ ਦਾ ਸਾਰਾ ਕਾਰੋਬਾਰ, ਭਾਵੇਂ ਉੱਥੇ ਦੀ ਬਿਜਲੀ ਦੀ ਪ੍ਰੋਡਕਸ਼ਨ ਆ, ਭਾਵੇਂ ਉਹ ਨਦੀਆਂ ਆ ਜਿਹੜੀਆਂ ਜਾਂ ਡੈਮ ਦਾ ਇਨਫਰਾਸਟ੍ਰਕਚਰ ਆ, ਉਹ ਸਾਰਾ ਸੈਂਟਰ ਨੂੰ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਸਰਕਾਰ, ਦਸਤਖਤ ਕਰ ਦਿੱਤੇ।
ਡੈਮ ਸੇਫਟੀ ਐਕਟ ਦੇ ਨਾਂ ਤੇ। ਹੁਣ ਉਹਨਾਂ ਦਾ ਕੰਟਰੋਲ ਸੈਂਟਰ ਦਾ ਹੋ ਗਿਆ ਹੈ ਕਿ ਨਹੀਂ? ਧੱਕਾ ਸ਼ਰੇਆਮ, ਜਦ ਕਿ ਪਾਣੀ ਜਿਹੜਾ ਆ ਜਾਂ ਕਿਸੇ ਕਿਸਮ ਦੀ ਇਰੀਗੇਸ਼ਨ ਆ ਉਹ ਸੂਬੇ ਦਾ ਸਬਜੈਕਟ ਆ ਸੰਜੀਵ ਜਸ ਖੰਨਾ ਜੀ। ਜੀ ਉਹ ਕੇਂਦਰ ਦਾ ਉਹਦੇ ਚ ਕੁਝ ਲੈਣਾ ਦੇਣਾ ਨਹੀਂ। ਜਿਵੇਂ ਖੇਤੀ ਸੂਬੇ ਦਾ ਸਬਜੈਕਟ ਆ, ਕੇਂਦਰ ਦਾ ਉਹਦੇ ਚ ਕੁਝ ਲੈਣਾ ਦੇਣਾ ਨਹੀਂ। ਇਹ ਸਾਡੀ ਸਰਕਾਰ ਜਿਹੜੀ ਹੋਣ ਵਾਲੀ ਹੈ ਉਹ ਕੇਂਦਰ ਦੇ ਦਬਾਅ ਥੱਲੇ ਝੁਕਦੀ ਡੰਡੌਤ ਬੰਦਨਾ ਕਿਉਂ ਕਰਦੀ ਜਾ ਰਹੀ ਹੈ? ਇਹ ਕਿਉਂ ਨਹੀਂ ਖੜੇ ਹੁੰਦੇ? ਕਿਉਂ ਨਹੀਂ ਅਸੈਂਬਲੀ 'ਚ ਇਹ ਗੱਲਾਂ ਲੈ ਕੇ ਆਇਆ ਜਾਂਦਾ ਕਿ ਅਸੀਂ ਥਰਡ ਪਾਰਟੀ ਮੀਟਿੰਗ ਸਾਧਦੇ ਹਾਂ ਤੇ ਸਾਡੇ ਨਾਲ ਇੰਜ ਧੱਕਾ ਹੋਇਆ, ਸਾਡੇ ਪਾਣੀਆਂ ਤੇ, ਸਾਡੀ ਬਿਜਲੀ ਤੇ, ਸਾਡੇ ਨਹਿਰੀ ਪਾਣੀਆਂ ਤੇ, ਡੈਮਾਂ ਤੇ ਕੋਈ ਸਾਡਾ ਹੀ ਜੇ ਕੰਟਰੋਲ ਨਹੀਂ, ਭਾਵੇਂ ਉਹ ਭਾਖੜਾ ਡੈਮ ਆ, ਪੌਂਗ ਡੈਮ ਆ, ਥੀਨ ਡੈਮ ਆ, ਜੇ ਸਟੇਟ ਦਾ ਕੰਟਰੋਲ ਨਹੀਂ ਉਹਨਾਂ ਨੂੰ ਫੜਾਤਾ ਔਰ ਕਰਤੇ ਚੁੱਪ ਕਰਕੇ ਦਸਤਖਤ ਇਹਦੇ ਤੇ। ਅੱਜ ਉਹ ਇਸ ਜਦੋਂ ਉੱਥੇ ਰੈਲੀ ਚੱਲ ਰਹੀ ਸੀ ਤੇ ਇਹ ਇੱਕ ਮੰਗ ਵੀ ਮੈਮੋਰੰਡਮ ਦੇ ਵਿੱਚ ਉਹਨਾਂ ਨੇ ਰੱਖੀ ਹੈ। ਤੁਹਾਨੂੰ ਪਤਾ ਕਿ BBMP ਦਾ ਤੇ ਪਹਿਲਾਂ ਹੀ ਜਿਹੜੀ ਇਹੋ ਜਿਹੀਆਂ ਕੰਡੀਸ਼ਨਾਂ ਪਾਤੀਆਂ ਕਿ ਜਿਹਦੇ ਵਿੱਚ ਪੰਜਾਬ ਦਾ ਬੰਦਾ ਤੇ ਹਰਿਆਣੇ ਦਾ ਬੰਦਾ ਨਹੀਂ ਆਊਗਾ, ਉਹਦਾ ਜੀ ਇੰਨਾ ਲੰਮਾ ਚੌੜਾ ਐਕਸਪੀਰੀਅੰਸ ਇਸ ਕਿਸਮ ਦਾ ਹੋਣਾ ਚਾਹੀਦਾ, ਐਡੇ ਉੱਚੇ ਕਿਸੇ ਡੈਮ ਦੇ ਉੱਤੇ ਹੋਣਾ ਚਾਹੀਦਾ, ਉਹਦੀ ਕੁਆਲੀਫਿਕੇਸ਼ਨ ਇਹ ਹੋਣੀ ਚਾਹੀਦੀ ਆ, ਫਲਾਨਾ ਟਮਕਾਣਾ, ਜਾਨੀ ਕੈਲਕੂਲੇਟ ਕਰਕੇ ਰੂਲਸ ਇਹੋ ਜਿਹੇ ਬਣਾਤੇ ਕਿ ਜਿਹਦੇ ਚ ਪੰਜਾਬ ਦੇ ਬੰਦੇ ਆ ਹੀ ਨਾ ਸਕਣ, ਉਹਦੇ ਚ ਜਾ ਹੀ ਨਾ ਸਕਣ। ਬਾਹਰ ਕਰਤਾ ਹਰਿਆਣੇ ਨੂੰ ਵੀ, ਪੰਜਾਬ ਨੂੰ ਵੀ। ਨਹੀਂ ਤੇ ਪੰਜਾਬ ਜਿਹੜਾ ਆ ਉਹ ਇੱਕ ਇਰੀਗੇਸ਼ਨ ਦਾ ਤੇ ਹਰਿਆਣੇ ਦਾ ਜਾਨੀ ਬਿਜਲੀ ਦਾ। ਜੇ ਪੰਜਾਬ ਦਾ ਬਿਜਲੀ ਦਾ ਆ ਤੇ ਫਿਰ ਹਰਿਆਣੇ ਦਾ ਇਰੀਗੇਸ਼ਨ ਦਾ। ਇਸ ਤਰ੍ਹਾਂ ਚੱਲਦਾ ਆ ਰਿਹਾ ਸੀ। ਮੈਂਬਰ ਬੜੇ ਸੋਲਿਡ ਮੈਂਬਰ ਹੁੰਦੇ ਸੀ। ਖੇਤੀ ਦਾ ਤੇ ਇਹ ਸਿੱਧਾ ਸੰਬੰਧ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੈ, ਜਿਸ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨ ਵੱਡੇ ਪੱਧਰ ਤੇ ਰੋਸ ਕਰ ਰਹੇ ਆ। ਹੁਣ ਇਹ ਕੰਨ ਤੇ ਜੂੰ ਸਰਕਦੀ ਕਿ ਨਹੀਂ ਸਰਕਦੀ? ਸੁਣਿਆ ਕਿ ਚੀਫ ਮਿਨਿਸਟਰ ਉੱਥੋਂ ਜਾ ਕੇ ਲਾਈਵ ਹੋ ਕੇ ਕੁਛ ਆਪਣੇ ਭਾਸ਼ਣ ਦੇ ਰਹੇ ਆ, ਪਰ ਭਾਸ਼ਣਾਂ ਦੇ ਨਾਲ ਢਿੱਡ ਨਹੀਂ ਜੇ ਭਰਨਾ। ਕਿਸਾਨ ਦੁਖੀ ਹੈ। ਮੈਂ ਆ ਗਈ ਪਰਸੋਂ ਆ, ਤੁਸੀਂ ਕਹਿ ਰਹੇ ਸੀ ਨਾ ਕਿ ਵਿਸਾਖੀ ਵਾਲੇ ਦਿਨ, ਵਿਸਾਖੀ ਦੇ ਪਰਸੋਂ ਆ, ਵਿਸਾਖੀ ਕਿਤੇ ਗੋਡੇ ਪਏ ਆ ਉਹਦੇ ਚ, ਇੱਕ ਦਿਨ ਵਿੱਚ ਹੈਗਾ, ਫਿਰ ਵਿਸਾਖੀ ਆ ਜਾਣੀ ਆ। ਅਜੇ ਸਰਵੇ ਸਾਡਾ ਪੂਰਾ ਨਹੀਂ ਹੋਇਆ। ਇਹਨਾਂ ਨੇ, ਭਗਵੰਤ ਮਾਨ ਨੇ ਅੱਜ ਤੋਂ 20 ਦਿਨ ਪਹਿਲਾਂ ਅਨਾਉਂਸ ਕੀਤਾ ਸੀਗਾ ਕਿ ਅਸੀਂ 22 ਦਿਨ ਪਹਿਲਾਂ ਅਨਾਉਂਸ ਕੀਤਾ ਸੀਗਾ ਕਿ ਅਸੀਂ 10 ਦਿਨਾਂ ਦੇ ਅੰਦਰ ਅੰਦਰ ਪੈਸੇ ਪਾ ਦੇਣਗੇ। ਕੇਜਰੀਵਾਲ ਆ ਕੇ ਇੱਥੇ ਪੰਜਾਬ ਦੇ ਵਿੱਚ ਜਲੰਧਰ 'ਚ ਜਾਂ ਕਿੱਥੇ ਇੱਕ ਭਾਸ਼ਣ 'ਚ, ਹਾਂ ਜਿੱਦਣ ਜੁਆਇਨ ਕਰਾਇਆ ਆ ਰਿੰਕੂ ਸਾਹਿਬ ਨੂੰ, ਕਾਂਗਰਸ ਵਾਲੇ ਨੂੰ ਆਪ 'ਚ ਜੁਆਇਨ ਕਰਾਇਆ, ਉਦੋਂ ਕਿਹਾ कि ये एक पार्टी है जो नुकसान होने का सर्वे तो बाद में कराती है, किसानों के खातों में पैसे पहले डालती है, जैसे कि पंजाब में डाल दिया। यार ਕਿਹਦਾ ਬੇਵਕੂਫ ਬਣਾਉਣ ਚੱਲੇ ਆ? ਕਿਉਂ ਇਹੋ ਜਿਹੀਆਂ ਗੱਲਾਂ ਕਰਦੇ? ਤੁਸੀਂ ਸੁਣੀ ਹੋਣੀ ਆ ਸਪੀਚ, ਮੈਨੂੰ ਤੇ ਸ਼ਰਮ ਜੀ ਆਉਂਦੀ ਆ ਕਿ ਸਾਡੇ ਬੰਦੇ ਬੈਠੇ ਉੱਥੇ ਬੈਠੇ ਗੂੰਗੇ ਆ ਕਿ ਬਹਿ ਰਹੇ ਆ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਬੰਦਾ ਤੁਹਾਡਾ ਲੀਡਰ ਝੂਠ ਬੋਲਿਆ, ਉਹਨੂੰ ਕਰੈਕਟ ਕੀਤਾ ਜਾਏ, ਜਾਂ ਤੁਸੀਂ ਉਹਨੂੰ ਰਿਪੋਰਟ ਗਲਤ ਕਰਦੇ ਆ ਤੇ ਉਹ ਉਸੇ ਤਰੀਕੇ ਨਾਲ ਬੋਲੀ ਜਾਂਦਾ। ਇਹੋ ਜਿਹੀਆਂ ਗੱਲਾਂ, ਧੱਕੇ ਸ਼ਾਹੀ ਤੇ ਲਿਫਾਫੇਬਾਜ਼ੀ ਤੇ ਵਾਧੂ ਗੱਲਾਂ ਬਾਤਾਂ ਜਿਹੜੀਆਂ ਉਹ ਅਜੇ ਗੱਲਾਂ ਦੇ ਨਾਲ ਜਾਣੀ ਸਾਰਾ ਢਿੱਡ ਭਰਿਆ ਜਾ ਰਿਹਾ ਤਰਾਤਲ ਤੇ। ਹੁਣ ਆਉਣ ਵਾਲੇ 1 ਹਫ਼ਤੇ 10 ਦਿਨਾਂ 'ਚ ਸਾਰਾ ਪਤਾ ਲੱਗ ਜੂ। ਮਨਜੀਤ ਜੀ, ਕਈ ਵਾਰ ਤੇ ਲੱਗਦਾ ਹੈ ਕਿ 5 ਸਾਲ ਪੂਰੇ ਕਰਨ ਲੱਗੇ ਹੋਏ ਨੇ ਕਿ 5 ਸਾਲ ਪੂਰੇ ਕਿਵੇਂ ਕਰਨੇ ਨੇ। ਜਿਵੇਂ ਵਿਰੋਧੀ ਧਿਰਾਂ ਕਹਿੰਦੀਆਂ ਨੇ, ਕਿਤੇ ਨਾ ਕਿਤੇ ਗੱਲ ਸੱਚ ਜਾਪਦੀ ਹੈ ਕਿ ਵਾਕਈ ਇਹ 5 ਸਾਲ ਪੂਰੇ ਕਿਵੇਂ ਕਰਨੇ ਨੇ। ਸ਼ਾਇਦ ਆਮ ਆਦਮੀ ਪਾਰਟੀ ਇਸੇ ਕੰਮ 'ਚ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਨੂੰ ਹੁਣ ਨੈਸ਼ਨਲ ਪਾਰਟੀ ਦਾ ਵੀ ਦਰਜਾ ਮਿਲ ਗਿਆ ਔਰ 2024 ਦੀਆਂ ਇਲੈਕਸ਼ਨਸ ਵਾਸਤੇ ਵੀ ਜੰਮ ਕੇ ਤਿਆਰੀਆਂ ਚੱਲਦੀਆਂ ਪਈਆਂ ਨੇ। ਇਹ ਇਲੈਕਸ਼ਨਸ ਹੀ ਖੇਡਦੇ ਰਹਿੰਦੇ ਨੇ। ਪਤਾ ਨਹੀਂ ਸੂਬੇ ਦਾ ਕੀ ਬਣਨਾ, ਪਤਾ ਨਹੀਂ ਦੇਸ਼ ਦਾ ਕੀ ਬਣਨਾ, ਕਿਉਂਕਿ ਇਹ ਸਾਰੀਆਂ ਪਾਰਟੀਆਂ ਨਾ ਇਸ ਗੱਲ 'ਚ ਬਿਲਕੁਲ ਸਕਿੱਲਫੁਲ ਹੋ ਚੁੱਕੀਆਂ ਨੇ, ਬਿਲਕੁਲ ਜਿਹਨੂੰ ਕਹਿੰਦੇ ਆ ਨਾ ਤਿਆਰ ਨੇ, ਚੈਂਪੀਅਨ ਬਣ ਚੁੱਕੀਆਂ ਨੇ ਕਿ ਇਲੈਕਸ਼ਨਸ ਕਿਵੇਂ ਜਿੱਤਣੀਆਂ ਨੇ, ਲੋਕਾਂ ਦਾ ਦਿਲ ਕਿਵੇਂ ਜਿੱਤਣਾ ਹੈ, ਸੂਬੇ ਦਾ ਕੰਮ ਕਿਵੇਂ ਕਰਨਾ ਹੈ, ਦੇਸ਼ ਦਾ ਕੰਮ ਕਿਵੇਂ ਕਰਨਾ। ਸ਼ਾਇਦ ਇਸ ਕੰਮ ਦੇ ਵਿੱਚ ਫਾਡੀ ਨੇ, ਪਿੱਛੇ ਨੇ, ਗੱਲਾਂ 'ਚ ਬਹੁਤ ਅੱਗੇ ਨੇ। ਸੋ ਤਕਰੀਬਨ ਇਹ ਗੱਲਾਂ ਤੇ ਅਸੀਂ ਉਦੋਂ ਤੋਂ ਹੀ ਸੁਣਦੇ ਪਏ ਹਾਂ ਜਦੋਂ ਦੀ ਆਮ ਆਦਮੀ ਪਾਰਟੀ ਵਜ਼ਾਰਤ ਵਿੱਚ ਆਈ ਹੈ। ਤਾਂ ਅਸੀਂ ਉਹ ਦੇਖਦੇ ਹਾਂ ਕਿ ਗਰਾਊਂਡ ਲੈਵਲ ਦੇ ਉੱਤੇ ਉਹ ਚੀਜ਼ਾਂ ਪ੍ਰੈਕਟੀਕਲੀ ਵਾਇਬਲ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ। ਹਜੇ ਤੱਕ ਕੁਝ ਵੀ ਨਹੀਂ ਹੋ ਰਿਹਾ, ਸਿਰਫ ਗੱਲਾਂ ਹੀ ਚੱਲੀ ਜਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਅੱਜ ਪੰਜਾਬ ਦੀ ਖੇਤੀਬਾੜੀ ਕਿੱਥੇ ਖੜੀ ਹੈ ਜੇ ਆਪਾਂ ਹਰਿਆਣੇ ਦੇ ਨਾਲ ਮੁਕਾਬਲਾ ਕਰਕੇ ਦੇਖੀਏ? ਕਿਉਂਕਿ ਤੁਸੀਂ ਹਰਿਆਣੇ ਨੂੰ ਛੋਟਾ ਵੀਰ ਕਿਹਾ, ਹਰਿਆਣਾ ਤੇ ਪੰਜਾਬ ਦਾ ਜੇ ਕੰਪੈਰੀਜ਼ਨ ਕਰੀਏ
ਤਾਂ ਅੱਜ ਪੰਜਾਬ ਦੀ ਖੇਤੀਬਾੜੀ ਕਿੱਥੇ ਖੜੀ ਹੈ, ਮੈਂ ਇਸ ਕੰਟੈਕਸਟ 'ਚ ਗੱਲ ਕਰਦਾ ਪਿਆ ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ। ਜਿਹੜੀ ਤੇ ਕੁਦਰਤੀ ਕਰੋਪੀ ਆ ਉਹ ਤੇ ਸਰਕਾਰ ਨਾਲ ਲੈਣਾ ਦੇਣਾ ਕੋਈ ਨਹੀਂ। ਉਹ ਤੇ ਇਹ ਕੁਦਰਤ ਜਿਹੜੀ ਆ ਉਹ ਇਹ ਨਹੀਂ ਦੇਖਦੀ ਕਿ ਇੱਥੇ ਬੀਜੇਪੀ ਹੈ ਕਿ ਇੱਥੇ ਕੇਜਰੀਵਾਲ ਆ ਤੇ ਇੱਥੇ ਮੋਦੀ ਹੈ। ਉਹ ਤੇ ਇਹ ਦੇਖਦੀ ਆ ਕਿ ਕਿੱਥੇ ਉਹਨੂੰ ਤੰਗ ਜ਼ਿਆਦਾ ਕੀਤਾ ਕੁਦਰਤ ਨੂੰ, ਉੱਥੇ ਹੀ ਉਹ ਕਹਿੰਦੇ ਕਿ ਚੰਗਾ ਮੈਂ ਤੁਹਾਨੂੰ ਡੰਡਾ ਲੈ ਕੇ, ਉਹ ਪਿੱਛੇ ਪੈਂਦੀ ਆ। ਕਦੀ ਮੀਂਹ, ਕਦੀ ਝੱਖੜ, ਕਦੀ ਭੁਚਾਲ, ਕਦੀ ਕੁਛ। ਜਦੋਂ ਅਸੀਂ ਨੇਚਰ ਦੇ ਨਾਲ ਖਿਲਵਾੜ ਕਰਦੇ ਆ ਤੇ ਉਹ ਰਿਐਕਟ ਕਰਦੀ ਆ, ਉਹ ਬਦਲਾ ਲੈਂਦੀ ਆ। ਉਹ ਸਾਰਾ ਚੱਲ ਰਿਹਾ। ਰਹੀ ਗੱਲ ਖੇਤੀ ਦੀ, ਪੰਜਾਬ ਦੀ ਖੇਤੀ ਦੇ ਵਿੱਚ ਕੋਈ ਕਮੀ ਨਹੀਂ ਹੈ, ਪਰ ਇਹ ਜਿਹੜਾ ਮਾਡਲ ਹੈ ਆਪਾਂ ਸਾਰੇ ਜਾਣਦੇ ਆ, ਇਹ ਲੰਬੇ ਦੌਰ ਦੇ ਉੱਤੇ ਚੱਲਿਆ ਨਹੀਂ ਰਹਿ ਸਕਦਾ, ਜਿਹਨੂੰ ਕਹਿੰਦੇ ਆ ਨਾਨ ਸਸਟੇਨੇਬਲ। ਇਹਦੇ ਚ ਕਿਤੇ ਨਾ ਕਿਤੇ ਖੜੋਤ ਆ ਜੂਗੀ, ਕਿਤੇ ਨਾ ਕਿਤੇ ਇਹ ਸਾਰਾ ਚੱਕਾ ਜੈਮ ਹੋ ਜੂ। ਕਾਰਨ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਝੋਨਾ ਜਿਸ ਤਰ੍ਹਾਂ ਹੁਣ ਇੱਕਦਮ ਤਪਸ ਵੱਧ ਗਈ ਹੈ ਤੇ ਝੋਨਾ ਹੁਣ ਜੁਲਾਈ ਦੇ ਵਿੱਚ ਕਹਿੰਦੇ ਹੁੰਦੇ ਲਾਇਓ ਫਲਾਨਾ ਟਮਕਾਣਾ, ਅਜੇ ਪਤਾ ਨਹੀਂ, ਪਹਿਲਾਂ ਲੋਕ ਲਾਉਣ ਲੱਗ ਜਾਂਦੇ ਕਈ ਵਾਰੀ ਜੂਨ ਚ 20 ਤੋਂ, ਕਦੀ ਕਿਸ ਤਰ੍ਹਾਂ, ਕਦੀ ਜਿਸ ਤਰ੍ਹਾਂ ਡੇਟ ਤੈਅ ਕੇ ਕੱਢੂਗੀ ਸਰਕਾਰ ਉਸ ਤਰੀਕੇ ਨਾਲ। ਜਿਹੜਾ ਜਦੋਂ ਝੋਨਾ ਲੱਗਣਾ ਤੇ ਐਤਕੀ ਕਹਿੰਦੇ ਤਪਸ ਬੜੀ ਆ ਤੇ ਉਹਨੇ ਫਿਰ ਤਪਸ ਜ਼ਿਆਦਾ ਹੋਣੀ ਆ ਤੇ ਨਹਿਰਾਂ ਤੇ ਰਾਤੋਂ ਰਾਤ ਨਹੀਂ ਪੁੱਟੀਆਂ ਜਾ ਸਕਦੀਆਂ। ਉਹ ਤੇ ਕਹਿ ਤੇ ਰਹੇ ਆ ਵੀ ਨਹਿਰਾਂ ਦਾ ਪਾਣੀ ਅਸੀਂ ਅੱਗੇ ਨਾਲ ਵਧਾਵਾਂਗੇ, ਪਰ ਉਹ ਤੇ 5 ਸਾਲ ਦਾ ਪ੍ਰੋਜੈਕਟ ਹੋਊਗਾ। ਜਿਨ੍ਹਾਂ ਦੇ ਕੋਲ ਟਿਊਬਵੈਲ ਆ, ਮੁਫਤ ਦੀ ਬਿਜਲੀ ਆ, ਬਟਨ ਤੇ ਉਹ ਦੱਬਣਗੇ। ਹੁਣ ਥੱਲਿਓਂ ਪਾਣੀ ਕਿੰਨਾ ਕੁ ਬਚਦਾ, ਕਿੰਨਾ ਕੁ ਨਹੀਂ ਬਚਦਾ। ਇੱਕ ਤੇ ਸਾਡੀ ਖੇਤੀ ਦਾ ਇਹ ਬਹੁਤ ਵੱਡਾ ਸੰਕਟ ਆ, ਜਿਹਨੇ ਇੱਕ ਦਿਨ ਪੰਜਾਬ ਦੀ ਖੇਤੀ ਨੂੰ ਕੀ, ਪੰਜਾਬ ਦੀ ਸਾਰੀ ਹਰਿਆਲੀ ਨੂੰ ਹੀ ਉਜਾੜਨ ਵੱਲ ਲੈ ਜਾਣਾ। ਇਹ ਬੀਆਬਾਨ ਹੋ ਜਾਊਗਾ, ਇਹ ਰੇਗਿਸਤਾਨ ਹੋ ਸਕਦਾ। ਇਹੋ ਜਿਹੀ ਹਾਲਤ ਪੰਜਾਬ ਦੇ ਵਿੱਚ ਬਣ ਸਕਦੀ ਹੈ। ਇਹ ਮੈਂ ਨਹੀਂ ਕਹਿ ਰਿਹਾ ਸਾਇੰਟਿਸਟਾਂ ਦਾ, ਇਹ ਮੰਨਣਾ ਆ। ਔਰ ਬਹੁਤ ਲੰਬਾ ਸਮਾਂ ਨਹੀਂ ਲੱਗੂਗਾ, ਜਿਸ ਤਰ੍ਹਾਂ ਹੁਣ ਚੱਲਦੇ ਆ ਤੇ 15 ਸਾਲਾਂ 'ਚ ਹੀ ਰਿਜ਼ਲਟ ਤੁਹਾਨੂੰ ਦੇਖਣ ਨੂੰ, ਇਹੋ ਜਿਹੇ ਡਿਜ਼ਾਸਟਰਸ, ਬਹੁਤ ਹੀ ਭਿਆਨਕ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਆ। ਦੂਜੇ ਪਾਸੇ ਇਹ ਕਹਿੰਦੇ ਆ ਕਿ ਜੀ ਡਿਵਰਸਿਫਿਕੇਸ਼ਨ ਕਰੋ, ਇਹ ਕਰੋ। ਹੁਣ ਸਰੋਂ ਲਾ ਲਈ ਲੋਕਾਂ ਨੇ। ਦੇਖੋ ਸਰੋਂ ਇੱਕ ਇਹੋ ਜਿਹੀ ਕ੍ਰੌਪ ਆ, ਵੈਸੇ ਵੀ ਸਾਨੂੰ ਬਾਹਰੋਂ ਤੇਲ, ਜਿਹਨੂੰ ਐਡੀਬਲ ਆਇਲ ਕਹਿੰਦੇ ਆ, ਖਾਣ ਵਾਲਾ ਸਰੋਂ ਦਾ ਤੇਲ ਜਾਂ ਹੋਰ ਤੇਲ ਸਾਨੂੰ ਬਾਹਰੋਂ ਮੰਗਾਉਣੇ ਪੈਂਦੇ ਆ। ਉਹਦੇ ਨਾਲ ਹਾਰਡ ਕਰੰਸੀ ਕਾਫੀ ਨੁਕਸਾਨ ਹੁੰਦਾ। ਤੇ ਜੇ ਤੁਸੀਂ ਆਪਣੇ ਦੇਸ਼ ਦੇ ਅੰਦਰ ਹੀ ਸਰੋਂ ਬੀਜਣ ਲੱਗ ਜਾਓ ਤੇ ਉਹ ਵੀ ਇੱਕ ਫਾਇਦੇ ਵਾਲੀ ਗੱਲ ਹੈਗੀ ਆ। ਐਤਕੀ ਬੀਜੀ ਹੈ ਸਰੋਂ ਲੋਕਾਂ ਨੇ ਕੁਛ, ਭਾਵੇਂ ਕਾਫੀ ਨੁਕਸਾਨ ਵੀ ਹੋਇਆ, ਪਰ ਹੁਣ ਉਹਦੀ ਹਿਸਾਬ ਕਿਤਾਬ ਦੇਖ ਲਓ। ਮੇਰਾ ਖਿਆਲ ਹੈ ਕਿ ਉਹਦਾ 5400 ਰੁਪਇਆ ਸਰਕਾਰੀ ਮੁੱਲ ਹੈਗਾ ਤੇ ਜਿਹੜੀ ਮਿਲ ਰਹੀ ਹੈ ਮਾਰਕੀਟ ਦੇ ਵਿੱਚ ਲੋਕਾਂ ਨੂੰ ਪੈਸੇ, ਕਿਸੇ ਨੂੰ 4200, ਕਿਸੇ ਨੂੰ 4500, ਤੇ ਜਾਣੀ ਕਿਸਾਨ ਇਹ ਦੱਸ ਰਹੇ ਆ ਕਿ 700 ਤੋਂ 800 ਰੁਪਇਆ ਮਿਨੀਮਮ ਸਪੋਰਟ ਪ੍ਰਾਈਸ। ਮਿਨੀਮਮ ਦਾ ਮਤਲਬ ਨਿਊਨਤਮ ਹੁੰਦਾ, ਮੈਕਸਿਮਮ ਨਹੀਂ ਹੈ, MRP ਨਹੀਂ ਹੈ, ਮਿਨੀਮਮ। ਤੇ ਜੇ ਉਹਦੇ ਤੋਂ ਵੀ ਥੱਲੇ ਮਿਲ ਰਹੀ ਹੈ ਤੇ ਕਿਸਾਨ ਕਿਉਂ ਬੀਜਣਗੇ? ਹੁਣ ਭਗਵੰਤ ਮਾਨ ਹੋਣਾ ਦਾ ਕਿੰਨੀ ਵਾਰੀ ਬਿਆਨ ਆਉਂਦਾ ਕਿ ਚਿੰਤਾ ਨਾ ਕਰੋ, ਜਿਹੜਾ ਜੇ ਤੁਹਾਨੂੰ ਘਾਟਾ ਪਿਆ ਤੇ ਅਸੀਂ ਬੈਠੇ ਆ ਨਾ, ਅਸੀਂ ਹੈ ਨਾ, ਅਸੀਂ ਆਹ ਕਰਾਂਗੇ। ਕਿਉਂ ਨਹੀਂ ਕਰਦੇ? ਦੱਸਣ, ਕੋਈ ਅਨਾਉਂਸਮੈਂਟ ਕਰਨ ਕਿ ਜਿਹਨੂੰ ਵੀ ਘਾਟਾ ਪੈ ਰਿਹਾ ਜਾਂ ਜਿਹੜਾ ਵੀ ਘੱਟ ਖਰੀਦਿਆ, ਅਸੀਂ ਸਾਰੇ ਪੈਸੇ ਨਾਲੋਂ ਨਾਲ ਉਹਨਾਂ ਦੀ ਬੈਂਕ ਦੇ ਵਿੱਚ ਅਕਾਊਂਟ ਵਿੱਚ ਪਾਈ ਜਾਵਾਂਗੇ। ਮੂੰਗੀ ਦਾ ਵੀ ਪਿਛਲੀ ਵਾਰੀ ਇਹੋ ਹੀ ਹੋਇਆ। ਮੂੰਗੀ ਲਾਉਣ ਲਈ ਕਿਹਾ ਸੀਗਾ, ਜਾਣੀ ਉਹਦੇ ਨਾਲ ਫਾਇਦਾ ਹੁੰਦਾ। ਦੇਖੋ ਜਿਸ ਤਰ੍ਹਾਂ ਸਰੋਂ ਆ, ਮੂੰਗੀ ਆ, ਕੋਈ ਵੀ ਫਲਦਾਰ ਕ੍ਰੌਪ ਲੱਗਦੀ ਆ ਨਾ, ਉਹਦੇ ਫਾਇਦੇ ਬਹੁਤ ਆ। ਇੱਕ ਤੇ ਪਾਣੀ ਘੱਟ ਲੈਂਦੀ ਆ, ਇੱਕ ਜ਼ਮੀਨ ਦੀ ਤਾਕਤ ਵੀ ਘੱਟ ਖਿੱਚਦੀ ਆ, ਸਗੋਂ ਉਲਟਾ ਹਵਾ ਦੀ ਨਾਈਟ੍ਰੋਜਨ ਆਪਣੀਆਂ ਜੜ੍ਹਾਂ ਰਾਹੀਂ ਖੇਤਾਂ ਦੇ ਵਿੱਚ ਉਹ ਫਿਕਸ ਕਰਦੀ ਜਾਣੀ। ਸਗੋਂ ਜ਼ਮੀਨ ਨੂੰ ਕਮਜ਼ੋਰ ਤੇ ਕੀ ਕਰਨਾ, ਉਹਦੀ ਤਾਕਤ ਤੇ ਕੀ ਖਿੱਚਣੀ ਆ, ਸਗੋਂ 4 ਦਰਜੇ ਉਹਨਾਂ ਨੂੰ ਹੋਰ ਉੱਪਰ ਤਾਕਤ ਵਾਲੀ ਬਣਾ ਦਿੰਦੀਆਂ ਇਹੋ ਜਿਹੀਆਂ ਫਸਲਾਂ। ਕਿਉਂਕਿ ਮੈਂ ਤੁਹਾਨੂੰ ਆਪਣਾ ਉਸ ਐਗਰੀਕਲਚਰ ਦੀ ਬੈਕਗਰਾਉਂਡ ਦੀ, ਸਾਇੰਸ ਦੀ ਬੈਕਗਰਾਉਂਡ ਚੋਂ ਇਹ ਗੱਲ ਤੁਹਾਨੂੰ ਦੱਸ ਰਿਹਾ। ਇਸ ਕਰਕੇ ਉਹ ਬੜਾ ਫਾਇਦੇ ਵਾਲੀ ਗੱਲ ਆ ਇਹੋ ਜਿਹੀਆਂ ਲਾਉਣੀਆਂ। ਪਰ ਲਾਉਣਗੇ ਕਿਸਾਨ ਤਾਂ ਕਿ ਜੇ ਉਹਨਾਂ ਨੂੰ ਮੁਆਵਜ਼ਾ ਤੇ ਪੂਰਾ ਮਿਲੇ, ਪੈਸੇ ਤੇ ਪੂਰੇ ਮਿਲਣ। ਨਾ ਮੂੰਗੀ ਦੇ ਪਹਿਲਾਂ ਮਿਲੇ, ਨਾ ਹੁਣ ਜੇ ਇਸੇ ਤਰੀਕੇ ਨਾਲ ਸਰੋਂ ਦੇ। ਫੇਰ ਹੋਰ ਵੀ ਆ, ਮੂੰਗੀ ਦੀ ਗੱਲ ਕਹਿ ਰਹੇ ਆ ਕਿ ਤੁਸੀਂ ਜਿੱਥੇ ਨਰਮਾ ਉੱਥੇ ਨਾ ਬੀਜੋ, ਉਹਦੇ ਤੇ ਚਿੱਟੀ ਮੱਖੀ ਪੈਦਾ ਹੋ ਜਾਂਦੀ, ਉਹ ਨਰਮੇ ਨੂੰ ਖਾ ਜੂਗੀ। ਕਈ ਮੁਸ਼ਕਲਾਂ ਆ। ਖੇਤੀ ਪਾਲਿਸੀ ਹੁਣ ਪਤਾ ਨਹੀਂ, ਕਹਿੰਦੇ ਆ ਕਿ ਆ ਰਹੀ ਜਿੱਦਣ ਆਊਗੀ ਉਹਦੇ ਤੇ ਫਿਰ ਆਪਾਂ ਕਿਸੇ ਦਿਨ ਪ੍ਰੋਗਰਾਮ ਕਰ ਲਾਂਗੇ ਕਿ ਕੀ ਦੱਸਿਆ, ਕੀ ਰਹਿ ਗਿਆ, ਕੀ ਇਹ ਸਿਰੇ ਲੱਗੂਗਾ। ਪਰ ਹਾਲ ਦੀ ਘੜੀ ਜਸ ਖੰਨਾ ਜੀ, ਕਿ ਮੈਨੂੰ ਜੋ ਫੀਲਿੰਗ ਹੋ ਰਹੀ ਆ ਕਿ ਗੱਲਾਂ ਜ਼ਿਆਦਾ ਤੇ ਕੰਮ ਘੱਟ। ਜਿਹੜਾ ਇੰਦਰਾ ਗਾਂਧੀ ਨੇ ਕਿਹਾ ਸੀ ਨਾ ਕਿ ਗੱਲਾਂ ਘੱਟ ਤੇ ਕੰਮ ਜ਼ਿਆਦਾ ਕਰੋ, ਇੱਥੇ ਅਜੇ ਬਿਲਕੁਲ ਉਹਦੇ ਉਲਟ ਫਾਰਮੂਲਾ ਚੱਲ ਰਿਹਾ। ਖਾਸ ਕਰਕੇ ਹੁਣ ਜਲੰਧਰ ਦੀ ਚੋਣ ਆ ਗਈ ਆ। ਜੇ ਵੱਡੇ ਵੱਡੇ ਗਪੌੜ ਨਹੀਂ ਛੱਡਣਗੀਆਂ ਪਾਰਟੀਆਂ ਤੇ ਫਿਰ ਲੋਕਾਂ ਦੀਆਂ ਵੋਟਾਂ ਕਿਵੇਂ ਪ੍ਰਭਾਵਿਤ ਕਰਨਗੀਆਂ, ਇਹ ਵੀ ਹੁਣ ਅਜੇ
ਘੱਟੋ ਘੱਟ 1 ਮਹੀਨਾ ਤੇ ਗਪੌੜ ਸੰਖ ਚੱਲਣੇ ਹੀ ਚੱਲਣੇ ਆ। ਮਨਜੀਤ ਜੀ, ਮੈਂ ਬੀਜੇਪੀ ਦੀ ਗੱਲ ਤਾਂ ਕੀਤੀ ਸੀ ਕਿਉਂਕਿ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਡਬਲ ਇੰਜਨ ਸਰਕਾਰ ਫਾਇਦਾ ਹੁੰਦਾ ਹੈ। ਤਾਂ ਮੈਂ ਉਸ ਕੰਟੈਕਸਟ 'ਚ ਗੱਲ ਕਰ ਰਿਹਾ ਸੀ ਕਿ ਇਸ ਵਕਤ ਕੇਂਦਰ ਵੀ ਇੱਕ ਸਹਾਇਤਾ ਵਜੋਂ ਗੱਲ ਕਰ ਰਹੀ ਹੈ, ਜੋ ਡਾਇਰੈਕਟ ਸਪਲਾਈ ਕਰਨ ਦੀ ਗੱਲ ਕਰ ਰਹੀ ਹੈ, ਸਾਰੇ ਜਿਹੜੇ ਦਾਣੇ ਨਿਕਲਣੇ ਨੇ, ਫਸਲ ਨਿਕਲਣੀ ਹੈ ਜਿਹੜੀ ਕਣਕ ਦੀ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ, ਹਰਿਆਣੇ ਦੇ ਵਿੱਚ ਬੀਜੇਪੀ ਹੈ ਔਰ ਸੈਂਟਰ ਦੇ ਵਿੱਚ ਵੀ ਬੀਜੇਪੀ ਹੈ। ਇਹਦਾ ਬੈਨੀਫਿਟ ਹਰਿਆਣਾ ਨੂੰ ਮਿਲਦਾ ਹੈ ਤੇ ਪੰਜਾਬ ਨੂੰ ਨਹੀਂ ਮਿਲਦਾ। ਕੁਝ ਅਜਿਹੀ ਗੱਲ ਹੁੰਦੀ ਹੈ ਕਿ ਕੁਝ ਵਿਤਕਰਾ ਹੁੰਦਾ ਹੈ ਡਬਲ ਇੰਜਨ ਦੀ ਸਰਕਾਰ ਜਿੱਥੇ ਨਾ ਹੋਵੇ ਉਸ ਸਟੇਟ ਦੇ ਨਾਲ ਸੈਂਟਰ ਵੱਲੋਂ, ਬੀਜੇਪੀ ਵੱਲੋਂ, ਕਿਉਂਕਿ ਬੀਜੇਪੀ ਹਰਿਆਣਾ ਵਿੱਚ ਤੇ ਹੈਗੀ ਹੈ ਪਰ ਪੰਜਾਬ ਵਿੱਚ ਨਹੀਂ ਹੈਗੀ। ਇਹ ਕੁਝ ਵਿਤਕਰਾ ਹੋਏਗਾ ਜਾਂ ਤੁਹਾਨੂੰ ਲੱਗਦਾ ਕਿ ਦੋਵਾਂ ਨੂੰ ਇੱਕੋ ਅੱਖ ਨਾਲ ਦੇਖਿਆ ਜਾਏਗਾ, ਪੰਜਾਬ ਤੇ ਹਰਿਆਣਾ ਨੂੰ, ਦੋਵਾਂ ਨੂੰ ਭਰਾਵਾਂ ਨੂੰ ਵਾਕ ਨਹੀਂ ਦੇਖਿਆ ਜਾਏਗਾ, ਵੱਡਾ ਭਰਾ ਤੇ ਛੋਟਾ ਭਰਾ? ਜੀ ਮਨਜੀਤ ਜੀ। ਦੇਖੋ, ਮੈਂ ਇੱਥੇ ਪੰਜਾਬ ਦੀ ਸਰਕਾਰ ਨੂੰ ਕੋਈ ਬਹੁਤਾ ਬੀਜੇਪੀ ਦੀ ਸਰਕਾਰ ਨਾਲੋਂ ਅਲੱਗ ਕਰਕੇ ਨਹੀਂ ਦੇਖਦਾ। ਭਾਵੇਂ ਓਪਨਲੀ ਤੇ ਇੱਕ ਦੂਜੇ ਦੇ ਵਿਰੁੱਧ ਖੂਬ ਰੋਜ਼ ਲੜਾਈ ਝਗੜਾ, ਤੂੰ ਮੈਂ ਚੱਕ ਦਿਆਂਗੇ, ਥੱਲ ਦਿਆਂਗੇ, ਅੰਦਰੂਨੀ ਤੌਰ ਤੇ ਤਸਵੀਰ ਇੱਕੋ ਹੀ ਆ। ਇਸ ਕਰਕੇ ਉਹ ਬਹੁਤਾ ਇਹਨਾਂ ਦੇ ਨਾਲ, ਜਦ ਉਹਨਾਂ ਦੀਆਂ ਸਾਰੀਆਂ ਗੱਲਾਂ ਹੀ ਮੰਨੀ ਜਾਂਦੇ ਆ, ਫਿਰ ਉਹ ਇਹਨਾਂ ਨਾਲ ਵਿਤਕਰਾ ਕਿਉਂ ਕਰਨਗੇ? ਜੋ ਵੀ ਚਾਹੁੰਦੇ ਆ ਉਸੇ ਤਰੀਕੇ ਨਾਲ ਯੈਸ ਸਰ। ਤੇ ਨਹੀਂ, ਜੇ ਬਾਹਲੀ ਗੱਲ ਹੁੰਦੀ ਆ, ਕੋਈ ਸੀਕ੍ਰੇਟ ਹੁੰਦੀ ਆ, ਅਮਿਤ ਸ਼ਾਹ ਵੈਸੇ ਹੀ ਚੀਫ ਮਿਨਿਸਟਰ ਨੂੰ ਬੁਲਾ ਲੈਂਦਾ ਉੱਥੇ। ਇਸ ਲਈ ਇਹ ਤੇ ਕੋਈ ਇਸ ਤਰ੍ਹਾਂ ਦੀ ਖੇਲ ਨਹੀਂ ਹੈ ਕਿ ਇਹਨਾਂ ਦੇ ਨਾਲ ਉਹਨਾਂ ਦੀ ਵਿਰੋਧਤਾ ਤੇ ਖੱਟਰ ਦੇ ਨਾਲ ਕੋਈ ਬੜੀ ਖਾਸ ਦੋਸਤੀ ਆ। ਉਹ ਗੱਲ ਮੇਰਾ ਐਨਾਲਿਸਿਸ ਇਹ ਕਹਿੰਦਾ ਕਿ ਕੋਈ ਬਹੁਤਾ ਫਰਕ ਉਸ ਕਿਸਮ ਦਾ ਨਹੀਂ ਹੈਗਾ। ਇਸ ਲਈ ਜਿਸ ਤਰ੍ਹਾਂ ਹੁਣ ਸਾਨੂੰ ਕਣਕ ਖਰੀਦਣ ਲਈ ਪੈਸੇ ਚਾਹੀਦੇ ਸੀਗੇ ਤੇ ਕਣਕ ਖਰੀਦਣ ਲਈ 31,000 ਕਰੋੜ ਮੇਰਾ ਖਿਆਲ ਰੁਪਈਆ ਉਹਨਾਂ ਨੇ ਦੇ ਦਿੱਤਾ, ਕੋਈ ਵੇਲੇ ਸਿਰ ਭੇਜਤਾ ਸੀਗਾ। ਤੇ ਇਹੋ ਹੀ ਹੁੰਦਾ ਨਾ ਕਿ ਹਾਹਾਕਾਰ ਨਾ ਮੱਚੇ, ਅਜੇ ਤੇ ਪੂਰੀ ਪਰਚੇਜਿੰਗ ਵੱਡੇ ਪੱਧਰ ਤੇ ਸ਼ੁਰੂ ਨਹੀਂ ਹੋਈ, ਪਰ ਹੁਣ ਅੱਜ ਤੋਂ ਇੱਕ ਅੱਧੇ ਦਿਨ ਤੋਂ ਪੂਰੀ ਜ਼ੋਰ ਸ਼ੋਰ ਨਾਲ, ਕਿਉਂਕਿ ਗਰਮੀ ਇੰਨੀ ਅਚਾਨਕ ਪੈ ਗਈ ਹੈ, ਜਿਹੜੀ ਮੰਡੀ ਦੇ ਵਿੱਚ ਆਮਦ ਅਨਾਜ ਦੀ ਪੂਰੀ ਵੱਡੇ ਪੱਧਰ ਤੇ ਹੋਣ ਲੱਗ ਜਾਣੀ ਹੈ, ਸ਼ੁਰੂ ਹੋ ਜਾਣਾ। ਦੂਜੀ ਗੱਲ ਮੈਂ ਤੁਹਾਨੂੰ ਦੱਸਾਂ, ਜਿਹੜੀ ਤੁਸੀਂ ਵਿੱਚ ਪੁਆਇੰਟ ਆਊਟ ਕੀਤੀ ਹੈ ਕਿ ਅਨਾਜ ਸਿੱਧਾ ਚੱਕ ਕੇ ਐਤਕੀ ਦੂਜੇ ਸੂਬਿਆਂ ਨੂੰ ਚਲੇ ਜਾਊਗਾ ਜੀ, ਇਹ ਇਸ ਕਰਕੇ ਨਹੀਂ ਕਿ ਪੰਜਾਬ ਦਾ ਕੋਈ ਭਲਾ ਕਰਨਾ ਚਾਹੁੰਦੇ ਆ। ਪਹਿਲਾਂ ਉਹਨਾਂ ਦੇ ਗੋਡਾਊਨਾਂ ਦੇ ਵਿੱਚ ਅਨਾਜ ਇੰਨਾ ਜ਼ਿਆਦਾ ਭਰਿਆ ਹੁੰਦਾ ਸੀ ਕਿ ਅੱਗੇ ਜਗ੍ਹਾ ਹੀ ਨਹੀਂ ਸੀ ਰੱਖਣ ਲਈ ਜੀ। ਹੁਣ ਐਤਕੀ ਹਾਲਾਤ ਇਹ ਬਣਿਆ ਕਿ ਤੁਹਾਨੂੰ ਪਤਾ ਕਿ ਵੀਟ ਦੀ ਐਕਸਪੋਰਟ ਤੇ ਬੈਨ ਲਾਤਾ। ਯੂਕਰੇਨ ਦੀ ਜਿਹੜੀ ਉੱਥੇ ਅਨਾਜ ਆ, ਉੱਥੇ ਲੜਾਈ ਹੋਣ ਕਰਕੇ ਉਸਨੇ ਤੇ ਸਾਰੇ ਯੂਰਪ ਦਾ ਨੱਕ ਥਾਣੀ ਤੇ ਕੰਨਾਂ ਥਾਣੀ ਧੂਆਂ ਕੱਢਿਆ ਪਿਆ। ਮਹਿੰਗਾਈ ਦੇਖੋ ਕਿੰਨੀ ਆ, ਜਗ੍ਹਾ ਮੁਜ਼ਾਹਰੇ ਹੋ ਰਹੇ ਆ। ਰੂਸ ਵੀ ਕਣਕ ਪੈਦਾ ਕਰਦਾ, ਪਰ ਆਪਾਂ ਕੋਲ ਇੰਨੇ ਪੈਸੇ ਨਹੀਂ ਹੈ ਕਿ ਅਸੀਂ ਬਾਹਰਲੀ ਕਣਕ, ਕਿਉਂਕਿ ਉਹਦੇ ਤੇ ਕੀਮਤ ਬਹੁਤ ਹੋਣੀ ਹੈ, ਕਿਉਂਕਿ ਡਿਮਾਂਡ ਜ਼ਿਆਦਾ ਹੋਣੀ ਆ। ਤੇ ਫੂਡ ਬਿਨਾ, ਜਿਸ ਤਰ੍ਹਾਂ ਸਾਹ ਬਿਨਾ ਨਹੀਂ ਰਹਿ ਸਕਦੇ, ਢਿੱਡ ਬਿਨਾ ਵੀ ਨਹੀਂ ਤੁਸੀਂ ਰਹਿ ਸਕਦੇ। ਇਹਦੇ ਚ ਤੇ ਕੁਝ ਪਾਉਣਾ ਹੀ ਪਊ ਇਸ ਕੁੱਤੇ ਨੂੰ ਚੁੱਪ ਕਰਾਉਣ ਲਈ, ਢਿੱਡ ਵਾਲੇ ਨੂੰ। ਤੇ ਇਸ ਲਈ ਇਹਨਾਂ ਨੇ ਕੀ ਸੋਚਿਆ, ਬੜੀ ਸਿਆਣੀ ਗੱਲ ਆ ਕਿ ਆਪਾਂ ਕਣਕ ਨੂੰ ਵਧੀਆ ਢੰਗ ਨਾਲ ਐਤਕੀ ਸਾਂਭੀਏ। ਕਣਕ ਸਾਡੇ ਕੋਲੋਂ 300 ਲੱਖ ਮੈਟ੍ਰਿਕ ਟਨ ਸਟੋਰਾਂ 'ਚ ਐਟ ਏ ਟਾਈਮ ਚਾਹੀਦੀ ਆ ਮਿਨੀਮਮ ਜੀ। ਇਸ ਵੇਲੇ ਜਿਹੜੀ ਦੱਸ ਰਹੇ ਸੀ ਰਾਜੇਵਾਲ ਹੁਣੀ ਕਿ 150 ਲੱਖ ਮੈਟ੍ਰਿਕ ਟਨ ਹੈਗੀ, ਜਾਨੀ ਜਿੰਨੀ ਸਾਡੀ ਸਟੋਰ 'ਚ ਚਾਹੀਦੀ ਉਹਦੇ ਨਾਲ ਅੱਧੀ ਹੈ। ਤੇ ਕੁਦਰਤੀ ਇਹ ਚਿੰਤਾ ਵਾਲੀ ਗੱਲ ਹੈ, ਬਹੁਤ ਵੱਡੀ ਚਿੰਤਾ ਵਾਲੀ ਗੱਲ। ਗਾਂ 2024 ਦੀਆਂ ਚੋਣਾਂ, 80 ਕਿ 80 ਕਰੋੜ ਨੂੰ ਤੁਸੀਂ ਮੁਫਤ ਅਨਾਜ ਦੇਣਾ ਤਾਂ ਹੀ ਵੋਟਾਂ ਪੈਣੀਆਂ। ਜੇ ਬੰਦ ਕਰਤਾ ਤੇ ਉਹਨਾਂ ਨੇ ਡੰਡੇ ਚੱਕ ਲੈਣੇ ਕਿ ਪਹਿਲਾਂ ਦਿੰਦੇ ਰਹੇ, ਹੁਣ ਕਿਉਂ ਬੰਦ ਕਰਦੇ ਆ। ਤੇ ਅਨਾਜ ਪਹਿਲਾਂ ਹੀ, ਕਿਉਂਕਿ ਜਨਰਲ ਇਲੈਕਸ਼ਨ ਹੈ, ਸੂਬਿਆਂ ਦੀ ਨਹੀਂ ਨਾ ਹੈਗੀ, ਪਹਿਲਾਂ ਹੀ ਉੱਥੇ ਜਿੱਥੇ ਜਿੰਨਾ ਜਿਵੇਂ ਵੰਡਣਾ ਉੱਥੇ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਆ, ਤਾਂ ਕਿ ਇਸ ਦੇ ਨਾਲ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਪਹਿਲਾਂ ਪੰਜਾਬ ਦੇ ਅੰਦਰ ਕਾਫੀ, ਜਾਨੀ ਤੁਸੀਂ ਇੰਜ ਸਾਲੋ ਆਲ ਇੰਡੀਆ ਦਾ ਨਾ 850 ਲੱਖ ਮੈਟ੍ਰਿਕ ਟਨ ਸਟੋਰੇਜ ਕਪੈਸਿਟੀ ਆ, ਜਿਹਦੇ ਵਿੱਚੋਂ 125-150 ਲੱਖ ਮੈਟ੍ਰਿਕ ਟਨ ਓਪਨ ਸਟੈਕਸ, ਬਾਹਰ ਵਿਹੜਿਆਂ ਚ ਲਾਤੀ, ਤਰਪਾਲਾਂ ਪਾਤੀਆਂ, ਤੋਤੇ ਖਾ ਰਹੇ ਆ, ਚੂਹੇ ਖਾ ਰਹੇ ਆ, ਸਾਰਾ ਇਹੋ ਜਿਹਾ ਕਬੂਤਰ ਖਾ ਰਹੇ ਆ, ਇਹੋ ਜਿਹਾ ਕੰਮ ਚੱਲਦਾ ਸੀਗਾ। ਹੁਣ ਉਹਨਾਂ ਨੇ ਉਹ ਐਤਕੀ ਇਸ ਵਾਰੀ ਬੰਦ ਕਰਤਾ। ਤੇ ਪੰਜਾਬ 'ਚ ਪਹਿਲੀ ਵਾਰੀ ਹੋਇਆ ਬੜੇ ਸਮੇਂ ਤੋਂ ਬਾਅਦ ਕਿ ਸਿਰਫ 2 ਲੱਖ ਮੈਟ੍ਰਿਕ ਟਨ ਕਣਕ ਸਟੋਰਾਂ 'ਚ ਸੀ, ਬਾਕੀ ਸਾਰੀ ਚਲੇ ਗਈ ਸੀ ਆ ਨਵੀਂ ਕਣਕ ਆਉਣ ਤੋਂ ਪਹਿਲਾਂ। ਜਦਕਿ ਪਿਛਲੀ ਵਾਰੀ 30-31 ਲੱਖ ਮੈਟ੍ਰਿਕ ਟਨ ਕਣਕ ਨਵੀਂ ਕਣਕ ਦੇ ਆਉਣ ਦੇ ਬਾਵਜੂਦ ਪੁਰਾਣੀ ਪਈ ਹੋਈ ਸੀ। ਇੱਥੋਂ ਇਹ ਅੰਦਾਜ਼ਾ ਲਾ ਲਓ ਕਿ ਜੇ ਖੇਤੀ ਦੇ ਜਿਹੜੇ ਸਾਡੇ ਅੰਨਦਾਤਾ, ਜਿਨ੍ਹਾਂ ਨੂੰ ਕਹਿੰਦੇ ਆ ਖੇਤੀ ਦਾਤਾ, ਅੰਨਦਾਤਾ, ਜੇ ਉਹਨਾਂ ਵੱਲ ਖਿਆਲ ਨਾ ਕੀਤਾ, ਉਹ ਸੜਕਾਂ ਤੇ ਰਹੇ, ਉਹ ਰੁਲਦੇ ਰਹੇ, ਤੇ ਉਹ ਸਟ੍ਰਾਈਕਾਂ ਹੀ ਕਰਦੇ ਰਹੇ, ਮੁਜ਼ਾਹਰੇ ਹੀ ਕਰਦੇ ਰਹੇ, ਤੇ ਥੱਲੇ ਕੁਝ ਮਰਦੇ ਰਹੇ,
ਸੁਸਾਈਡ ਕਰਕੇ, ਕੁਝ ਭੁੱਖਮਰੀ ਨਾਲ, ਕੋਈ ਕਰਜ਼ਿਆਂ ਦੇ ਦਬਾਅ ਥੱਲੇ। ਤਾਂ ਇਹ ਵੀ ਸੋਚ ਲਏ ਸਾਡੀ ਮਿਡਲ ਕਲਾਸ ਤੇ ਸ਼ਹਿਰੀ ਲੋਕ ਕਿ ਹਾਲਤ ਉਹਨਾਂ ਦੀ ਵੀ ਮਾੜੀ ਹੋਊਗੀ, ਯੂਰਪ ਨਾਲੋਂ ਵੀ ਮਾੜੀ ਹੋਊਗੀ, ਕਿਉਂਕਿ ਸਾਡੇ ਬੰਦੇ ਬਹੁਤ ਹੈ ਉੱਥੇ। ਤੇ 5-5 7-7 ਕਰੋੜ ਇੱਕ ਦੇਸ਼ 'ਚ ਬੰਦੇ ਹੈਗੇ, ਸਾਡੇ ਤੇ 130 ਕਰੋੜ। ਫਿਰ ਟਿੱਡੀ ਦਲ ਵਾਂਗੂ ਜਦੋਂ ਚੱਲੂਗਾ ਨਾ, ਫਿਰ ਤਬਾਹੀ ਹੋਊਗੀ ਬਹੁਤ ਜ਼ਿਆਦਾ। ਇਸੇ ਕਰਕੇ ਕਿਸਾਨਾਂ ਨੂੰ ਬਚਾਉਣਾ, ਕਿਸਾਨਾਂ ਦੀ ਹਿਫਾਜ਼ਤ ਕਰਨੀ, ਉਹਨਾਂ ਨੂੰ ਕੰਪਨਸੇਟ ਕਰਨਾ, ਉਹ ਇਸ ਲਈ ਨਹੀਂ ਕਿ ਕੋਈ ਕਿਸੇ ਦਾ ਤੁਸੀਂ ਰਾਹਤ ਦੇ ਨਾਂ ਦੇ ਉੱਤੇ ਕੋਈ ਬਹੁਤ ਭਲਮਾਨਸੀ ਕਰ ਰਹੇ ਆ, ਜਾਂ ਤੁਸੀਂ ਕਿਸੇ ਦੀ ਕਰ ਰਹੇ ਫੇਵਰ ਕਰ ਰਹੇ, ਇਸ ਤਰ੍ਹਾਂ ਨਹੀਂ ਹੈਗਾ। ਇਹ ਸਾਡੀ ਆਪਣੀ ਸ਼ਹਿਰੀ ਲੋਕਾਂ ਦੀ ਤੇ ਮਿਡਲ ਕਲਾਸ ਦੀ ਸਖਤ ਜ਼ਰੂਰਤ ਆ ਕਿ ਜਿਹੜੀਆਂ ਕੀਮਤਾਂ ਉਹ ਕੰਟਰੋਲ 'ਚ ਰਹਿਣ। ਨਹੀਂ ਤੇ ਜੇ ਕੀਮਤਾਂ ਖਾਣ ਵਾਲੀਆਂ ਚੀਜ਼ਾਂ ਦੀਆਂ ਸਮਾਨਾਂ ਨੂੰ ਚੜ੍ਹ ਗਈਆਂ ਤੇ ਸਮਝ ਲਓ ਇਨਫਲੇਸ਼ਨ ਇਹੋ ਜਿਹੀ ਹੋਊਗੀ ਕਿ ਪੈਸੇ ਤੇ ਜੇਬ 'ਚ ਬਹੁਤ ਹੋਣਗੇ, ਪਰ ਉਹ ਕਾਗਜ਼ੀ ਹੋਣਗੇ, ਠੀਕਰੀਆਂ ਹੀ ਹੋਣਗੀਆਂ, ਮਾਰਕੀਟ 'ਚ ਮਿਲੂਗਾ ਉਹਨਾਂ ਦਾ ਕੁਛ ਨਹੀਂ। ਮਨਜੀਤ ਜੀ, ਇੱਕ ਛੋਟਾ ਜਿਹਾ ਬਰੀਫ ਆਨਸਰ ਚਾਹਨਾ, ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਪੈਦਾ ਹੋ ਰਹੀ ਹੈ ਹੁਣ, ਇਹਨੂੰ ਨਜਿੱਠ ਲੈਗੀ ਸਾਡੀ ਗੌਰਮੈਂਟ? ਇਹਨੂੰ ਨਜਿੱਠਣ ਦੇ ਕਾਬਿਲ ਹੈ ਸਾਡੀ ਸਰਕਾਰ, ਭਾਵੇਂ ਉਹ ਸੈਂਟਰ ਵੱਲੋਂ ਭਾਵੇਂ ਉਹ ਸਟੇਟ ਵੱਲੋਂ? ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਬਲਮ ਨੂੰ ਹੱਲ ਕਰ ਲਿੱਤਾ ਜਾਵੇਗਾ ਜੋ ਇਸ ਵਕਤ ਬਣੀ ਹੋਈ ਹੈ? ਬਿਲਕੁਲ ਕੀਤਾ ਜਾ ਸਕਦਾ, ਪਰ ਜੇ ਇਹਨਾਂ ਦੇ ਮਨ ਦੇ ਵਿੱਚ ਸੰਜੀਵ ਜਸ ਖੰਨਾ ਜੀ ਇਮਾਨਦਾਰੀ ਨਹੀਂ ਤੇ ਦਿਲ ਦੇ ਵਿੱਚ ਬੇਈਮਾਨੀ ਇਸ ਗੱਲ ਦੀ ਹੈ ਕਿ ਇਹਨਾਂ ਨੇ ਕਿਸਾਨਾਂ ਨੂੰ ਤਬਾਹ ਕਰਕੇ ਉਹ ਜ਼ਮੀਨਾਂ ਅਡਾਨੀ ਵਰਗੇ ਲੋਕਾਂ ਨੂੰ ਦੇਣੀਆਂ ਤੇ ਇੱਥੇ ਵੱਡੀ ਮਾਡਰਨ ਕੈਪੀਟਲ ਇੰਟੈਂਸਿਵ ਫਾਰਮਿੰਗ ਕਰਨੀ ਆ। ਇਹ ਬੰਦੇ ਐਵੇਂ ਇੱਥੇ ਬੋਝ ਆ ਪਿੰਡਾਂ ਦੇ ਉੱਤੇ। ਜੇ ਇਹ ਮਨ ਦੇ ਵਿੱਚ ਮਾਨਸਿਕਤਾ ਹੈਗੀ ਆ ਤਾਂ ਫਿਰ ਉਹ ਇਹਨੂੰ ਬਚਾਉਣ ਦੀ ਜਗ੍ਹਾ ਇਹਨੂੰ ਤਬਾਹ ਹੋਣ ਦੇਣਗੇ, ਤਾਂ ਕਿ ਸਸਤੇ ਭਾਅ, ਕੌਡੀਆਂ ਦੇ ਭਾਅ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਉੱਜੜ ਪੁੱਜੜ ਕੇ ਜਿਹਦਾ ਜਿੱਥੇ ਦਾ ਲੱਗੇ, ਕੁਝ ਮਰ ਜਾਣਗੇ, ਕੁਝ ਭੱਜ ਲੈਣਗੇ, ਕੁਝ ਵਿਦੇਸ਼ਾਂ 'ਚ ਚਲੇ ਜਾਣਗੇ, ਕੁਝ ਦੂਜਿਆਂ ਸੂਬਿਆਂ 'ਚ ਚਲੇ ਜਾਣਗੇ। ਇਸ ਕਿਸਮ ਦੀ ਨੀਅਤ ਜੇ ਹੈਗੀ ਆ ਤਾਂ ਫਿਰ ਤੇ ਸ਼ਾਇਦ ਕੋਈ ਵੀ ਮਦਦ ਨਹੀਂ ਕਰ ਸਕਦਾ। ਪਰ ਜੇ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਦੀ ਪਿੱਠ ਪਿੱਛੇ ਖੜੀ ਹੁੰਦੀ ਹੈ, ਸਾਡੇ ਇੰਡੀਆ ਦੇ ਕਿਸਾਨ, ਪੰਜਾਬ ਦੇ ਵੀ, ਹੋਰ ਵੀ ਬੜੇ ਮਿਹਨਤੀ ਆ, ਬਹੁਤ ਕੁਝ ਕਰ ਸਕਦੇ ਆ, ਬਹੁਤ ਕੁਝ ਸਰੀਰ ਤੇ ਚੱਲ ਕੇ ਇਸ ਦੇਸ਼ ਨੂੰ ਅੱਜ ਤੱਕ ਬਾਰਡਰਾਂ ਤੇ ਵੀ ਰੱਖਿਆ ਕਰਦੇ ਆ ਤੇ ਦੇਸ਼ ਦੇ ਅੰਦਰੂਨੀ ਰੱਖਿਆ ਲਈ ਵੀ ਪਹਿਲ ਕਦਮੀ ਉਹਨਾਂ ਦੀ ਹਮੇਸ਼ਾ ਰਹਿੰਦੀ ਹੈ। ਉਸ ਗੱਲ ਤੋਂ ਮੈਂ ਅੰਦਾਜ਼ਾ ਲਾ ਕੇ ਕਹਿਣਾ ਕਿ ਜੇ ਬੇਈਮਾਨੀ ਹੋਊਗੀ ਤੇ ਸਰਕਾਰਾਂ ਦੀ ਹੋਊਗੀ, ਕਿਸਾਨਾਂ ਦੀ ਨਹੀਂ ਹੋਊਗੀ। ਜੀ ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ, ਔਰ ਅਸੀਂ ਅਰਦਾਸ ਵੀ ਇਹੀ ਕਰਦੇ ਹਾਂ ਕਿ ਬੇਈਮਾਨੀ ਦਾ ਇਸ ਵਕਤ ਕੋਈ ਕੰਮ ਨਹੀਂ, ਬਲਕਿ ਬੇਈਮਾਨੀ ਦਾ ਤੇ ਕੰਮ ਕਦੀ ਵੀ ਨਹੀਂ ਹੋਣਾ ਚਾਹੀਦਾ। ਔਰ ਇਸ ਵਕਤ ਤੇ ਮੁਸੀਬਤ ਇੱਦਾਂ ਦੀ ਬਣੀ ਹੋਈ ਹੈ ਕਿ ਜਾਨ ਤੇ ਬਣੀ ਹੋਈ ਹੈ ਸਾਰੇ ਸੂਬੇ ਦੀ, ਸਾਰੇ ਦੇਸ਼ ਦੀ, ਕਿਉਂਕਿ ਅੰਨ ਦੀ ਸਮੱਸਿਆ, ਅਨਾਜ ਦੀ ਸਮੱਸਿਆ। ਇਸ ਕਰਕੇ ਇਹ ਜ਼ਮੀਨਾਂ ਸਾਂਭਣੀਆਂ ਨੇ, ਪ੍ਰੋਫਿਟ ਕਮਾਣੇ ਨੇ, ਬਿਜ਼ਨਸ ਕਰਨੇ ਨੇ, ਇਹ ਨਾਲ ਥੋੜ੍ਹਾ ਲੈ ਕੇ ਜਾਣੇ ਨੇ। ਜਦੋਂ ਤੱਕ ਇਸ ਸੰਸਾਰ 'ਚ ਹੈਗੇ ਆ ਉਦੋਂ ਦੀਆਂ ਹੀ ਸਾਰੀਆਂ ਗੇਮਸ ਨੇ। ਇਹ ਨਸ਼ਵਰ ਸਰੀਰ ਹੈ, ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਬਾਬਾ ਜੀ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਇਹ ਫੈਸਲੇ ਲੈ ਲਓ ਕਿ ਬੇਈਮਾਨੀ ਛੱਡ ਕੇ ਸੂਬੇ ਦੀ ਤੇ ਲੋਕਾਂ ਦੀ ਭਲਾਈ ਵਾਸਤੇ, ਖੇਤੀਬਾੜੀ ਦੀ ਭਲਾਈ ਵਾਸਤੇ ਕੰਮ ਕੀਤਾ ਜਾਵੇ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।